ਲੋਕਾਂ ਦਾ ਧਿਆਨ ਜਿਹੜਾ ਪੰਜਾਬ ਦੇ ਮਸਲਿਆਂ ਤੋਂ ਪਾਸੇ ਕਰਨ ਵਾਸਤੇ ਔਰ ਇੱਕ ਜਿਹੜਾ ਇਹਨਾਂ ਦੇ ਅੰਦਰ ਕਰਪਸ਼ਨ ਦੀ ਜਿਹੜੀ ਅਨਇਕੁਅਲ ਡਿਸਟ੍ਰੀਬਿਊਸ਼ਨ ਸੀ ਉਹਨੂੰ ਠੀਕ ਕਰਨ ਵਾਸਤੇ ਜਿਹੜੀਆਂ ਆਵਾਜ਼ਾਂ ਅੰਦਰ ਪੈਸੇ ਦੀ ਵੰਡ ਨੂੰ ਲੈ ਕੇ ਉੱਠ ਰਹੀਆਂ ਸੀ ਉਹਨਾਂ ਨੂੰ ਸੈਟੀਸਫਾਈ ਕਰਨ ਵਾਸਤੇ ਪਹਿਲਾਂ ਕਈ ਦਿਨ ਦਾ ਡਰਾਮਾ ਦਿੱਲੀ ਦੇ ਵਿੱਚ ਕੀਤਾ। ਫਿਰ ਉਸ ਤੋਂ ਬਾਅਦ ਕੁਝ ਅਨਾਉਂਸਮੈਂਟਾਂ ਹੋਈਆਂ, ਫਿਰ ਕਈ ਤਰ੍ਹਾਂ ਦੀਆਂ ਖਬਰਾਂ ਸੈਂਸੇਸ਼ਨਲ ਹੋਰ ਲਗਵਾਈਆਂ ਗਈਆਂ। ਕੱਲ ਵੀ ਜਦੋਂ ਪੱਤਰਕਾਰ ਮੈਨੂੰ ਪੁੱਛ ਰਹੇ ਸੀ ਤੇ ਮੈਂ ਕਿਹਾ ਸੀ ਇਹ ਸਾਰੇ ਇਕੱਠੇ ਆ, ਇਹ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਤੇ ਸਾਰਾ ਡਰਾਮਾ ਜਿਹੜਾ ਅਸਲੀ ਮੁੱਦਿਆਂ ਤੋਂ ਧਿਆਨ ਪਾਸੇ ਹਟਾਉਣ ਵਾਸਤੇ ਰੱਖਿਆ ਗਿਆ। ਔਰ ਜਿਵੇਂ ਮੈਂ ਕਿਹਾ ਸੀ ਉਸੇ ਤਰ੍ਹਾਂ ਹੀ ਸਾਰੀ ਸਕ੍ਰਿਪਟ ਜਿਹੜੀ ਆ ਉਹ ਅੱਜ ਉਸੇ ਤਰੀਕੇ ਹੀ ਨਾਟਕ ਉਹਦਾ ਪੂਰੀ ਤਰ੍ਹਾਂ ਦੇ ਨਾਲ ਰਚਿਆ ਗਿਆ। ਇਸ ਕਰਕੇ ਮੈਂ ਤਾਂ ਇਹ ਸਮਝਦਾ ਸੀ ਕਿ ਸਿੱਧੂ ਸਾਹਿਬ ਬਹੁਤ ਲੰਬੀ ਚੌੜੀ ਤਿਆਰੀ ਕਰਕੇ ਬੜੀ ਟੌਰ ਕੱਢ ਕੇ ਆਏ ਸੀ ਤੇ ਮੈਨੂੰ ਲੱਗਿਆ ਸੀ ਕਿ ਅੱਜ ਪੰਜਾਬ ਦੇ ਜਿਹੜੇ ਸਾਡੇ ਵੱਡੇ ਮਸਲੇ ਆ ਉਹਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਣਗੇ। ਪਰ ਸਹੀ ਮਾਇਨਿਆਂ ਦੇ ਵਿੱਚ ਅੱਜ ਸਿੱਧੂ ਸਾਹਿਬ ਨੇ ਮੈਨੂੰ ਕਾਫੀ ਨਿਰਾਸ਼ ਕੀਤਾ ਕਿਉਂਕਿ ਉਹ ਕਾਂਗਰਸ ਦੇ ਪ੍ਰਧਾਨ ਦੇ ਅਹੁਦੇਦਾਰ ਦੇ ਤੌਰ ਤੇ ਪ੍ਰਧਾਨ ਦੇ ਤੌਰ ਤੇ ਘੱਟ ਬੋਲਦੇ ਨਜ਼ਰ ਆਉਂਦੇ ਸੀ। ਲੀਡਰ ਆਫ ਦੀ ਆਪੋਜੀਸ਼ਨ ਜਿਸ ਤਰ੍ਹਾਂ ਬੋਲ ਰਿਹਾ ਹੁੰਦਾ, ਮੁੱਦੇ ਰੱਖ ਰਿਹਾ ਹੁੰਦਾ, ਉਹਦੇ ਤੌਰ ਦੇ ਉੱਤੇ ਉਹਨਾਂ ਦਾ ਬਿਹੇਵੀਅਰ ਜਿਹੜਾ ਉਹ ਜ਼ਿਆਦਾ ਨਜ਼ਰ ਆਉਂਦਾ ਸੀ। ਜਿਹੜੀ ਸਰਕਾਰ ਦੇ ਜਿਹੜੀ ਰੂਲ ਕਰਦੀ ਪਾਰਟੀ ਦੇ ਪ੍ਰਧਾਨ ਦੀ ਜੋ ਜ਼ਿੰਮੇਵਾਰੀ ਹੁੰਦੀ ਆ ਕਿ ਗੱਲਾਂ ਦਾ ਜਵਾਬ ਦੇਣਾ, ਉਹ ਜਵਾਬ ਨਹੀਂ ਸੀ ਦੇ ਰਹੇ। ਕੁਐਸਚਨ ਜਿਹੜੇ ਆ ਹੋਰ ਨਵੇਂ ਤੋਂ ਨਵੇਂ ਜਿਹੜੇ ਆ ਉਹ ਖੜੇ ਕਰ ਰਹੇ ਸੀ। ਸੋ ਮੈਨੂੰ ਲੱਗਿਆ ਕਿ ਉਹਨਾਂ ਦਾ ਇਹ ਜਿਹੜਾ ਰਵੱਈਆ ਬਹੁਤ ਗੈਰ ਜ਼ਿੰਮੇਵਾਰਾਨਾ। ਅੱਜ ਤੱਕ ਜਦੋਂ ਉਹਨਾਂ ਨੇ ਭਾਸ਼ਣ ਸ਼ੁਰੂ ਕੀਤਾ ਤੇ ਮੈਂ ਕਿਹਾ ਸਾਰੇ ਟੈਲੀਵਿਜ਼ਨ ਚੈਨਲਾਂ ਦੇ ਐਂਕਰਾਂ ਨੂੰ ਪਿੱਛੇ ਛੱਡ ਕੇ ਐਡੀਆਂ ਸੋਹਣੀਆਂ ਉਹਨਾਂ ਨੇ ਖਬਰਾਂ ਪੜ੍ਹੀਆਂ ਕਿ ਕਿਸਾਨ ਬਾਦਲਾਂ ਦੇ ਉੱਤੇ ਡਟੇ ਹੋਏ ਆ, ਈਟੀਟੀ ਅਧਿਆਪਕ ਧਰਨੇ ਦੇ ਰਹੇ ਆ, ਡਾਕਟਰ ਧਰਨੇ ਮਾਰ ਰਹੇ ਆ, ਨਰਸਾਂ ਧਰਨੇ ਮਾਰ ਰਹੀਆਂ, ਡਰਾਈਵਰ ਹੜਤਾਲ ਤੇ ਆ, ਕੰਡਕਟਰ ਹੜਤਾਲ ਤੇ ਆ, ਗੁਰੂ ਦਾ ਮਸਲਾ ਹੈ, ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ। ਤੇ ਇੱਕ ਉਹਨਾਂ ਨੇ ਫਲੈਸ਼ ਨਿਊਜ਼ ਦੱਸੀ ਕਿ ਰੰਧਾਵਾ ਸਾਹਿਬ ਥੱਲੇ ਬੈਠੇ ਆ, ਉਹਨਾਂ ਦਾ ਐਵੇਂ ਹੀ ਮਜ਼ਾਕ ਉਡਾਤਾ। ਵਿਚਾਰੇ ਚੰਗੇ ਭਲੇ ਮੁੱਖ ਮੰਤਰੀ ਦੇ ਨਾਲ ਬੈਠੇ ਸੀ ਤੇ ਖਬਰਾਂ ਪੜ੍ਹਦਿਆਂ ਉਹਨਾਂ ਦੀ ਫਲੈਸ਼ ਨਿਊਜ਼ ਵੀ ਬਣਾਤੀ ਵੀ ਰੰਧਾਵਾ ਸਾਹਿਬ ਥੱਲੇ ਬੈਠੇ। ਇੱਕ ਬ੍ਰੇਕਿੰਗ ਨਿਊਜ਼ ਰਹਿ ਗਈ, ਉਹ ਸ਼ਾਇਦ ਪਿੱਛੋਂ ਉਹਨਾਂ ਦੀ ਟੀਮ ਨੇ ਦਿੱਤੀ ਨਹੀਂ ਕਿ ਅਧਿਆਪਕ ਅੱਜ ਵੀ ਉਹਨਾਂ ਦੀ ਛੱਤ ਦੇ ਉੱਤੇ ਕਾਂਗਰਸ ਭਵਨ ਦੇ ਚੜ੍ਹੇ ਹੋਏ ਸੀ। ਪਰ ਕੁਝ ਹੋਰ ਮੁੱਦੇ ਜਿਹੜੇ ਅਹਿਮ ਸੀ ਉਹ ਛੱਡ ਗਏ। ਇੱਕ ਤਾਂ ਜਿਹੜੇ ਵਾਅਦੇ ਵੱਡੇ ਕੀਤੇ ਸੀ ਕਰਜ਼ਾ ਮਾਫੀ ਦੇ, ਉਹਦੀ ਹੁਣ ਕੀ ਟਾਈਮ ਲਾਈਨ ਹੈ ਉਹ ਸਿੱਧੂ ਸਾਹਿਬ ਨੇ ਨਹੀਂ ਦੱਸੀ। ਜਿਹੜੇ ਨੌਜਵਾਨ ਇੱਥੇ ਆਏ ਸੀ, ਜਿਹੜੇ ਵਿਚਾਰਿਆਂ ਨੂੰ ਵਾਰ-ਵਾਰ ਅੱਜ ਠੋਕੋ ਤਾਲੀ ਤਾਂ ਨਹੀਂ ਕਿਹਾ ਕਿਉਂਕਿ ਅੱਜ ਲੱਗਦਾ ਹੋਣਾ ਵੀ ਹੁਣ ਕਿਸੇ ਨੇ ਪਤਾ ਨਹੀਂ ਤਾੜੀ ਮਾਰਨੀ ਕਿ ਨਹੀਂ ਮਾਰਨੀ, ਇਸ ਕਰਕੇ ਉਹਨਾਂ ਦੀ ਜਿਹੜੀ ਘਰ ਘਰ ਨੌਕਰੀ ਦਾ ਮੁੱਦਾ ਸੀ ਅੱਜ ਉਹ ਵੀ ਨਹੀਂ ਕਿਤੇ ਮੈਨੂੰ ਨਜ਼ਰ ਆਇਆ। ਅੱਜ ਨਸ਼ਿਆਂ ਦੀ ਹੁਣ ਕੀ ਪੰਜਾਬ ਦੇ ਵਿੱਚ ਸਥਿਤੀ ਹੈ ਔਰ ਕੀ ਵਿਜ਼ਨ ਹੈ ਪ੍ਰਧਾਨ ਸਾਹਿਬ ਦਾ, ਉਹ ਵੀ ਨਜ਼ਰ ਨਹੀਂ ਆਇਆ। ਜਿਹੜਾ ਰੇਲ ਹਾਦਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਸੀ ਜਿਹਦੇ 'ਚ 70 ਦੇ ਕਰੀਬ ਵਿਅਕਤੀ ਮਾਰੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਾ ਕੀ ਬਣਿਆ, ਉਹਨਾਂ ਦੇ ਬਾਕੀ ਮਦਦ ਜਿਹੜੀ ਐਲਾਨ ਹੋਈ ਸੀ ਕੀ ਬਣਿਆ, ਉਹਦੇ ਵਾਸਤੇ ਦੋਸ਼ੀ ਕੌਣ ਹੈ ਉਹ ਵੀ ਪ੍ਰਧਾਨ ਸਾਹਿਬ ਭੁੱਲ ਗਏ। ਜਿਹੜੀਆਂ 120 ਮੌਤਾਂ ਹੋਈਆਂ ਸੀ ਉਹਨਾਂ ਦੇ ਆਪਣੇ ਮਾਝੇ ਦੇ ਵਿੱਚ ਜਿਸ ਏਰੀਏ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਉਹ ਵੀ ਅੱਜ ਉਹਦਾ ਬਿਲਕੁਲ ਭੁੱਲ ਗਏ। ਜਿਹੜੀਆਂ ਨਜਾਇਜ਼ ਸ਼ਰਾਬ ਦੀ ਫੈਕਟਰੀਆਂ ਜਿਹੜੀ ਪੰਜਾਬ ਦੇ ਵਿੱਚ ਸੈਂਡ ਮਾਫੀਆ ਨੇ, ਲੈਂਡ ਮਾਫੀਆ ਨੇ, ਸਾਰਿਆਂ ਨੇ ਲੁੱਟ ਮਚਾਈ ਹੋਈ ਹੈ, ਜਿਹਦੇ ਵੱਲ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੁੰਦੀਆਂ ਵੱਡੀਆਂ ਵੱਡੀਆਂ, ਉਹਦੇ ਬਾਰੇ ਅੱਜ ਚੁੱਪ ਸੀ ਕਿਉਂਕਿ ਸ਼ਾਇਦ ਉਹਨਾਂ ਨੂੰ ਡਰ ਸੀ ਕਿ ਜਿਹੜੇ MLA ਸਾਹਿਬਾਨ ਕੱਲ੍ਹ ਨਾਲ ਮੱਥਾ ਟੇਕਣ ਗਏ ਆ ਉਹ ਕਿਤੇ ਇੱਥੋਂ ਵਾਪਸ ਨਾ ਚਲੇ ਜਾਣ
ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਉਹ ਅੱਜ ਉਹਨਾਂ ਨੂੰ ਜਵਾਬ ਦੇਣਾ ਬਣਦਾ ਸੀ। ਪਰ ਮੈਨੂੰ ਹੈਰਾਨਗੀ ਹੈ ਕਿ ਰੂਲਿੰਗ ਪਾਰਟੀ ਦੇ ਪ੍ਰਧਾਨ ਹੋ ਕੇ ਉਹ ਖਬਰਾਂ ਪੜ੍ਹ ਕੇ ਚਲੇ ਗਏ, ਪਰ ਇਹਨੂੰ ਹੱਲ ਕੌਣ ਕਰੇਗਾ? 4.5 ਸਾਲ ਨਿਕਲ ਗਏ, ਸਾਬਕਾ ਪ੍ਰਧਾਨ ਸਾਹਿਬ ਵੀ ਉਹਨਾਂ ਦੇ ਨਾਲ ਹੀ ਸੀ, ਤੇ ਇਹਨਾਂ ਨੂੰ ਰਲ ਕੇ ਇਹ ਦੱਸਣਾ ਚਾਹੀਦਾ ਸੀ, ਨਹੀਂ ਤਾਂ ਮਾਫੀ ਮੰਗਣੀ ਚਾਹੀਦੀ ਸੀ ਕਿ ਅਸੀਂ ਜਿਹੜਾ ਪੰਜਾਬ ਦੀ ਜਨਤਾ ਦੇ ਨਾਲ ਵਿਸ਼ਵਾਸਘਾਤ ਕੀਤਾ। ਇਸ ਕਰਕੇ ਇੱਕ ਤਾਂ ਮੈਨੂੰ ਇਹ ਅਫਸੋਸ ਹੈ ਕਿ ਇਸ ਗੱਲ ਤੋਂ ਮੈਨੂੰ ਨਿਰਾਸ਼ਾ ਹੋਈ ਹੈ ਕਿ ਪ੍ਰਧਾਨ ਸਾਹਿਬ ਦੇ ਕੋਲ ਕੋਈ ਵਿਜ਼ਨ ਨਹੀਂ। ਕਹਿੰਦੇ ਮੇਰੇ ਵਾਸਤੇ ਪੋਸਟ ਅਹਿਮੀਅਤ ਨਹੀਂ ਰੱਖਦੀ। ਆ ਸਾਰਾ ਡਰਾਮਾ ਜਿਹੜਾ ਇੱਥੋਂ ਲੈ ਕੇ ਦਿੱਲੀ ਤੱਕ ਸੀ, ਫਿਰ ਕਾਹਦੇ ਵਾਸਤੇ ਸੀ? ਕੈਬਨਿਟ ਦਾ ਰੈਂਕ ਤਾਂ ਤੁਹਾਨੂੰ ਪਹਿਲਾਂ ਵੀ ਇੱਥੇ ਮਿਲਿਆ ਹੋਇਆ ਸੀ। 2.5 ਸਾਲ ਤੁਸੀਂ ਮੰਤਰੀ ਵੀ ਰਹਿ ਗਏ, ਰੂਲਿੰਗ ਪਾਰਟੀ ਦੇ ਤੁਸੀਂ MLA ਵੀ ਸੀ, ਤੇ ਫਿਰ ਜੇ ਤੁਹਾਨੂੰ ਰੁਤਬੇ ਦੀ ਪੋਸਟ ਦੀ ਕੋਈ ਲੋੜ ਨਹੀਂ ਸੀ, ਤੇ ਫਿਰ ਮੈਂ ਉਹਨਾਂ ਨੂੰ ਸਮਝਦਾ ਕਿ ਫਿਰ ਅੱਜ ਇਹ ਝੂਠ ਮਾਰਨ ਦੀ ਕੀ ਲੋੜ ਸੀ? ਇੱਕ ਤਾਂ ਇਹ ਇਸ਼ੂ ਹੈ। ਦੂਜੀ ਗੱਲ ਹੈ ਕਿ ਜਾਖੜ ਸਾਹਿਬ ਦਾ ਮੈਂ ਬਿਆਨ ਜਿਹੜਾ ਉਹ ਧਿਆਨ ਦੇ ਨਾਲ ਸੁਣ ਰਿਹਾ ਸੀ, ਮੈਨੂੰ ਬਹੁਤ ਅਫਸੋਸ ਵੀ ਹੋਇਆ ਕਿ ਪਿਛਲੀ ਸਾਰੀ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਵੀ ਤੇ ਕਾਂਗਰਸ ਪਾਰਟੀ ਨੇ ਵੀ ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਬੇਅਦਬੀ ਦਾ ਮੁੱਦਾ ਉਹਦੇ ਉੱਤੇ ਗੰਦੀ ਰਾਜਨੀਤੀ ਕਰਕੇ ਜਿਹੜਾ ਉਹ ਕੀਤੇ। ਔਰ ਅੱਜ ਜਿਹੜਾ ਜਾਖੜ ਸਾਹਿਬ ਦਾ ਬਿਆਨ ਹੈ, ਇੱਕ ਸ਼ਬਦ ਉਹਦਾ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਭਰਿਆ होया, कांग्रेस पार्टी का नेशनल लेवल पे रिवाइवल का रास्ता पंजाब में से है। कांग्रेस पार्टी का नेशनल लेवल पे रिवाइवल जो होना है उसका रास्ता पंजाब में है, पंजाब में से है। लेकिन पंजाब कांग्रेस का दोबारा सत्ता में आने का रास्ता कोटपुरा और बैबल कलां से होके जाता है। मैं जाखड़ साहब ਨੂੰ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਦਿੱਲੀ ਤੁਹਾਡੀਆਂ ਮੀਟਿੰਗਾਂ ਹੋਈਆਂ ਸੀ, ਉਸ ਦਿਨ ਵੀ ਤੁਹਾਡੀ ਜ਼ੁਬਾਨ ਚੋਂ ਬਾਹਰ ਨਿਕਲ ਕੇ ਸੱਚ ਨਿਕਲਿਆ ਸੀ ਕਿ ਹੁਣ ਅਸੀਂ ਸਾਰਾ ਕੁਝ ਆਪਣੀ ਹਾਈ ਕਮਾਂਡ ਨੂੰ ਦੱਸ ਦਿੱਤਾ, ਹੁਣ ਬੇਅਦਬੀਆਂ ਦੇ ਉੱਤੇ ਬਾਦਲ ਨੂੰ ਕਿਵੇਂ ਫਰੇਮ ਕਰਨਾ ਇਹ ਹੁਣ ਰਾਹੁਲ ਜੀ ਤੈਅ ਕਰਨਗੇ। ਔਰ ਅੱਜ ਜਿਹੜਾ ਰਾਹੁਲ ਗਾਂਧੀ ਦਾ ਤੇ ਸੋਨੀਆ ਗਾਂਧੀ ਦਾ ਮੰਤਰ ਜਿਹੜਾ ਜਾਖੜ ਸਾਹਿਬ ਨੇ ਪੜ੍ਹ ਕੇ ਸੁਣਾਇਆ, ਉਹ ਮੈਂ ਦੁਬਾਰਾ ਉਹਨਾਂ ਦੇ ਲਫ਼ਜ਼ ਜਿਹੜੇ ਆ ਉਸ ਸਕਰੀਨ ਦੇ ਉੱਤੇ ਤੁਹਾਨੂੰ ਸੁਣਾਉਣਾ ਚਾਹਾਂਗਾ, ਕਿਉਂਕਿ ਕੱਲ ਨੂੰ ਮੁੱਕਰ ਨਾ ਜਾਣ ਕਿ ਮੈਂ ਇਹ ਸ਼ਬਦ ਨਹੀਂ ਕਹੇ। ਬਹੁਤ ਖਤਰਨਾਕ ਤੇ ਗੰਦੀ ਰਾਜਨੀਤੀ ਜਿਹੜੀ ਆ ਉਹਦੇ ਸੰਕੇਤ ਜਿਹੜੇ ਆ ਅੱਜ ਦੇ ਇਸ ਸਮਾਗਮ ਨੇ ਦਿੱਤੇ। दोबारा सुना दो करी। ਇਹ ਦੇਖੋ ਜਿਹੜੀ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਪਾਰਟੀ ਨੇ गुरु ग्रंथ साहब जी दे जिहड़ा बेअदबी का इशू है उहदे ते पिछले लगातार इन्ने साल कीती है, अज फिर कांग्रेस इलैक्शन के सामने आके दोबारा उस वनडेटा पॉलिटिक्स के उत्ते उस घटिया राजनीति के उत्ते उस कॉन्सपरेसी के उत्ते अज फिर आके एक बारी खड़ी है। ये सारा जिहड़ा अज दा इन्हां दे समागम का विजन है उहदा निचोड़ है। मैं नवे बड़े प्रधान साहब ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਘੱਟੋ ਘੱਟ ਅੱਜ ਇੱਕ ਇਸ਼ੂ ਜਿਹੜਾ ਬੇਅਦਬੀਆਂ ਦਾ ਸਭ ਤੋਂ ਸੀਰੀਅਸ ਮੁੱਦਾ ਸੀ ਉਹਦੀ ਰਿਐਲਿਟੀ ਤਾਂ ਪਤਾ ਕਰਕੇ ਸਟੇਜ ਦੇ ਉੱਤੇ ਆਉਣੀ ਚਾਹੀਦੀ ਸੀ। ਇਹ ਤਾਂ ਤੁਹਾਡੀ ਡਿਊਟੀ ਬਣਦੀ ਸੀ। ਬੇਅਦਬੀ ਦੇ ਵਿੱਚ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ, ਵੈਸੇ ਤੇ 99 ਸਫ਼ਿਆਂ ਦੀ
कुंवर विजय प्रताप सिंह उन्हां दा सब तो नेड़े दा लंगोटिया यार अमृतसर दे विच ही बैठा 99 सफ़ियां की जजमेंट जिहड़ी है उस केस दे विच पहलां आ चुकी है जिहदे विच जो जाखड़ साहब फिर अगों दोबारा करने की कोशिश कर रहे हैं ये सारा कुछ उस जजमेंट के उत्ते लिखिया कि यह बेहूदा जांच सी ये बदनीति नाल जांच की गई सी ये बेतुकी जांच सी एक बहुत वड्डी कॉन्स्पिरेसी सी राजकारण की पार्टी ने आपोजिशन नूं टारगेट बनाउण वास्ते इस अफसर के राही जिहड़ी है एक बहुत वड्डी कॉन्स्पिरेसी रची। मैं ज़्यादा नूं रिपीट नहीं करता, तुसीं सारिआं ने पढ़ी है। एक तो सिद्धू साहब नूं पता होना चाहिए कि इन्हां दे लंगोटिए यार दे जिहड़ी पहली कॉन्स्पिरेसी जिहड़ी इन्हां ने रल के रची सी सारिआं ने उहदा की हशर होया कि सारा जिहड़ा 4-4.5 साल निकल गए तो केस दोबारा उत्ते दा उत्ते चला गया। उस अफसर नूं अस्तीफा दे के भजना पिया तुहाडीआं माड़ीआं नीतां करके। ते हुण भी मैं उन्हां दी याददाश्त वास्ते दसना चाहुंदा कि जिहड़ा श्री गुरु ग्रंथ साहब की बेअदबी का जिहड़ा चोरी होया सी गुरु ग्रंथ साहब जवाहर सिंह वाला तो उस केस दे विच तां जुलाई 20 दे विच चलान पेश हो चुके हैं। ये शायद प्रधान साहब नूं उन्हां दी नॉलेज नहीं है। फिर जिहड़ा पोस्टर वाला केस सी जिहड़े पोस्टर लगे सी धमकी वाले उहदा भी तुसीं चलान जिहड़ा अदालत दे विच पेश कर चुके हो। ते जिहड़ा श्री गुरु ग्रंथ साहब दे अंग खिलार के बेअदबी कीती सी उहदे विच सिद्धू साहब मैं कल भी दस्सिया सी दोषियों की जमानत भी हो चुकी है। हुण दसो इन्नी को तुहाडी गंभीरता इन्नी को तुहाडी सीरीयसनैस है तुसीं 4.5 साल बाद प्रधान बन के स्टेज के उत्ते आ रहे हो। तुहाडे साबका प्रधान ये कह रहे हैं कि हाले अगली बारी जे सत्ता दे विच आउणा तो उही रस्ता दोबारा फड़ो उही गंदी राजनीति फिर करो। और तुहाडी याददाश्त वास्ते मैं याद कराउणी चाहुंदा कि तुहानूं ये नहीं पता कि की कुछ हो चुकिया ते हुण तुसीं इहदे च की कर सकदे। इस करके मैं इन्हां नूं पुछना चाहुंदा कि इस तरीके लीडर ऑफ दी आपोजिशन बिहेव करके तुसीं किन्नियां कुछ तालियां अपने वर्करां दीयां बटोर के पंजाब दी जनता नूं तुसीं किवें संतुष्ट कर सकदे। अज मुख्यमंत्री साहब भी जिहड़े आ मैं देख रहा सी कि अज 4.5 साल बाद उन्हां कोले भी अपने पक्ष दे विच जां कोई डिफेंड करने वास्ते अपने आप नूं कुछ नहीं सी। शायद उन्होंने पता सी कि मेरे नाल दे खड़े होके पोल ना खोल देण क्योंकि सारे जने उत्थे सोनिया दे दरबार दे विच राहुल गांधी दे दरबार दे विच सारा कुछ ही जो असलीयत है पंजाब दी वो उत्थे दस के आए सी। इस करके मैं कांग्रेस के जिहड़े लीडरां नूं कहना चाहुंदा कांग्रेस पार्टी नूं कि प्रधान बदल के तुसीं डुबदी कांग्रेस की बेड़ी नूं बचा नहीं सकते। असीं जिहड़ी गुरु महाराज अगे अरदास कीती है उहदा फल तुहाडे सामणे है। अज लख कही जाओ कि कांग्रेस एक मुठ है कांग्रेस एकजुट है ये तुसीं हुण कोड ऑफ कंडक्ट लगन दिओ सारी कांग्रेस तुहाडी डोकी बुरी तरह खिलार के रख देणगे। अगे भी खिलरी हुई है रहिंदी खुंदी कसर हुण पंजाब की जनता जिहड़ी है वो तुहाडी कर दे। थैंक यू। हाँ जी हाँ जी ये बताइए कि आज जो नवजोत सिंह सिद्धू की ताजपोशी हुई है ऐसा नहीं लग रहा था कि अध्यक्ष से बढ़कर कहीं ना कहीं जैसे किसी चीफ मिनिस्टर को दिलाई जाती है या फिर सरकार तोड़कर नई बनाई जाती है। एक ऐसा ड्रामा चल रहा है जिसमें विधायकों का समर्थन दिखाया जा रहा है जबकि अध्यक्ष का विधायकों के समर्थन से क्या लेना देना होता है। इन्विटेशन पे भी विधायकों के हस्ताक्षर कराकर चीफ मिनिस्टर को भेजा जाता है। देखो मैं समझदा कि डेमोक्रेसी दे विच पहली तो गल है ताजपोशी हुंदी नहीं ये तो रजवाड़ियां दी सरकार है। मैं ये कहना चाहता हूँ कि डेमोक्रेसी में ताजपोशी लफ्ज़ तो कहीं मैंने पढ़ा नहीं। ये पंजाब में ऑलरेडी रजवाड़ा शाही की सरकार है तो वही चीज़ जो है सिद्धू साहब भी अपने आप को महाराजा से भी ऊपर जो है दिखाने की कोशिश कर रहे हैं। इसलिए जो उनको लगता है कि पहले महाराजा साहब थे तो अब उनको भी लगा कि मैं पार्टी का अध्यक्ष बनाऊं तो मैं भी उससे ऊपर लगना चाहता हूं। इसलिए ये तो हम भी हैरान थे कि एक तरफ जिस गुरु ग्रंथ साहब की जो इशू है उसके लेके सुनील जाखड़ जी आगे मार्गदर्शन कर रहे हैं पार्टी का उसके दोषियों की तो जमानत हुई कल तो इससे बड़े अफसोस की और शोक की बात क्या हो सकती है। आज तो खुद की इनकी कांग्रेस के
जो वर्कर आ रहे थे वो कितने इंजर्ड हो गए बस में। तो ये खुशियां ढोल किस बात के जो बजा रहे थे, मुझे तो समझ नहीं लगती। ये हालत देखिए ना, जो खबरें इन्होंने पढ़ी अध्यक्ष जी ने, ये सारा कुछ बयान कर देती हैं कि किसान बॉर्डरों पे है, ईटीटी अध्यापक जो है वो हड़ताल पे है, डॉक्टर, नर्सेज, ड्राइवर, कंडक्टर। तो फिर किस बात की खुशी मना रहे हो आप? ये पंजाब की स्थिति बयान कर रहे हो कि ये हाल है, पार्टी का अध्यक्ष बयान कर रहा है। अगर मैं कहता तो इसलिए मैं कह रहा था कि लीडर ऑफ दी अपोजिशन का रोल बहुत अच्छा किया उन्होंने। अगर मैं कहता तो शायद ये मानते नहीं। लेकिन फिर खुशी किस बात की मना रहे हो, ताजपोशी किस बात की है? ये स्टेट की हालत है जो आप खुद कह रहे हो कि ये हालत है। आज भी आपकी छत के ऊपर जो है अध्यापक चढ़े हुए थे। मतलब आज देश के नवजोत सिंह सिद्धू अकाली दल से निशाना साधते हैं, सुखबीर बादल से भी, नीचा से भी, कि ਹੁਣ मैं आ गया जिन्हें बिस्तर ला रहा है ਤੇ ਹੁਣ ਦੇਖ ਲਓ ਕਿ मैं ਕੀ ਕਰ। देखो, मैं पंजाबी च इन्हों कह देना कि जो टिल लगता कर लो। इस तो स्पष्ट नहीं कह सकता, जो टिल लगता कर लो, ठीक है। इन्हों दी धमकियां तो ना इंदिरा गांधी अकालियां नूं डरा सकी, ना इन्हों दे वड्डे वड्डे डरा सके, तो ना कोई नवजोत सिंह सिद्धू उहदे उपर। इस करके ये धमकियां नाल नहीं चलता। डेमोक्रेसी है साडे, कोई रूल ऑफ लॉ है साडे, कोई कॉन्स्टिट्यूशन है। ये गल वक्री है कि जाखड़ साहब उस दिन भी फ्रेम करते पे सी, अज ये भी धमकियां दे के गए। अज जाखड़ साहब फिर मार्गदर्शन करते पे कि बैरबल कला और बरगाड़ी से रास्ता जाता। इसका मतलब दे हैव नो रिस्पैक्ट फॉर कॉन्स्टिट्यूशन, दे हैव नो रिस्पैक्ट फॉर रूल ऑफ लॉ, दे हैव नो रिस्पैक्ट फॉर जुडिशरी। तो ये जे ये तुहाडे ते कोई वखरा कोई फार्मूला कि तुसी सरदार सुखबीर सिंह बादल नूं जां सरदार बिक्रम सिंह मजीठिया नूं कुछ कर लो तो कर लो, कौन डरदा? मतलब नहीं, कैप्टन साहब किसानी दे राखे है तो किसान सारे खेतों च कढ़दे ने। राखे का मतलब तो हुंदा कि कोई ना फसल आके उजाड़े। इन्होंने तो सारा पंजाब उजाड़ के रख दिता बेचारे। उत्थे 8 महीने हो गए आ, उत्थे दिल्ली बैठे आ, केंद्र सरकार की जान नूं और पंजाब सरकार की जान नूं रोंदे। ये किदां दे राखे? मैनूं तो समझ नहीं लगी कि घरों बेकार कर दी सारी किसानी और ये हाले राखे आ किसानी। जी मतलब आज साफ तौर पे नजर आया कि जिस तरीके नाल नवजोत सिंह सिद्धू ਨੂੰ ਪ੍ਰਧਾਨਗੀ ਸੌਂਪੀ ਗਈ, ਉਹ ਸਾਫ ਤੌਰ ਤੇ ਕਹਿੰਦੇ ਨੇ ਕਿ 2022 ਦਾ ਰਸਤਾ ਕਲੀਅਰ ਹੋ ਗਿਆ। ਅਕਾਲੀ ਦਲ ਵੀ ਲਗਾਤਾਰ ਕਹਿ ਰਿਹਾ ਕਿ ਸਾਡਾ ਬੀਐਸਪੀ ਦੇ ਨਾਲ ਗੱਠਜੋੜ ਹੈ ਤੇ ਅਸੀਂ 90 ਸੀਟਾਂ ਲੈ ਜਾਵਾਂਗੇ। ਤੁਹਾਡੇ ਨਾਲ ਦੇ ਆਗੂ ਕਹਿੰਦੇ ਨੇ ਕਿੱਧਰ ਨੂੰ ਜਾ ਰਹੀ ਹੈ ਚੋਣ ਅਖਾੜਾ, ਕਿੱਧਰ ਨੂੰ ਜਾ ਰਿਹਾ? ਜਿਵੇਂ ਐਨਾਲਿਸਿਸ ਤੁਸੀਂ ਵੀ ਕਰ ਰਹੇ ਹੋਗੇ ਆਪਣੇ ਪੱਧਰ। नहीं, 2022 ਦਾ ਚੋਣਾਂ ਲੜਨ ਦਾ ਰਸਤਾ ਕਲੀਅਰ ਹੋ ਗਿਆ। ਮਤਲਬ ਪ੍ਰੈਜ਼ੀਡੈਂਟ ਰੂਲ ਬਚ ਗਿਆ। ਮੁੱਖ ਮੰਤਰੀ ਦੀ ਕੁਰਸੀ ਸ਼ਾਇਦ ਅੱਜ ਇਹ ਸਮਝੌਤੇ ਤੋਂ ਬਾਅਦ ਮਾੜੀ ਮੋਟੀ ਬਚ ਗਈ। ਇਹੀ ਰਸਤਾ ਕਲੀਅਰ ਹੋਇਆ, ਹੋਰ ਤਾਂ ਨਹੀਂ ਕੋਈ। देखो, इन्हां दियां जमानतां जब्त होणगीਆਂ, इन्हां दियां भी ते आम आदमी पार्टी दियां। हुण लड़ाई होनी है सच ते झूठ दी। अज की जो कुछ क्या सी गुटका साहब दियां सौहां खा के, वो कली कली वीडियो जिहड़ी है कली कली पंजाब दी गली च चलेगी। जिन्हां ने झूठ बोल के बाद एफीडेविट दे के अदालतां च माफ़ी मंगी सी, वो कल्ले कल्ले बंदे दे हत्थ दे विच एफीडेविट होएगा। इन्हां नूं जवाब पुछांगे। ਤੁਹਾਨੂੰ ਲੱਗਦਾ ਕਿ ਜਿਹੜਾ ਸੈਟਬੈਕ ਲੱਗਾ ਸੀਗਾ ਬੀਐਸਪੀ ਵਾਲਾ, ਕਿਉਂਕਿ ਅੱਜ ਫਿਰ ਤੁਸੀਂ ਜ਼ਿਕਰ ਕੀਤਾ ਕਿ ਸੁਨੀਲ ਜਾਖੜ ਦੇ ਮੂੰਹੋਂ ਵਾਲੀਆਂ ਗੱਲਾਂ ਦੁਬਾਰਾ ਸਾਹਮਣੇ ਆਈਆਂ, ਲੱਗਦਾ ਕਿ ਉਹ ਜਿਹੜਾ ਸੈਟਬੈਕ ਲੱਗਾ ਸੀਗਾ 2017 ਦੇ ਵਿੱਚ ਉਹ ਤੋਂ ਅਕਾਲੀ ਦਲ ਉੱਪਰ ਸਕਿਆ ਇਸ ਸਮੇਂ ਦੇ ਦੌਰਾਨ? देखो, अदालतां ने बड़ा कुछ साफ कर दिता। जिहड़ी कुंवर विजय प्रताप के मामले च जजमेंट आई है, तुसीं ये देखो कि उस तो बाद कांग्रेस की और बाकी जिहड़ी पार्टियां इत्थे राजनीतिकारियां सी, जिहड़ी पार्टी च शामिल होया जाके आम आदमी पार्टी, उन्हां दी स्थिति देखो की है। इन्हां गल्लां वास्ते किसी कोल कोई जवाब नहीं है हुण, क्योंकि अगे तो असीं कहंदे सी, हुण अदालत ने सब कुछ कहता कि गंदी राजनीति इत्थे होई है। सर जाखड़ साहब के बयान की गल की जाए तो उन्होंने अफसरशाही बारे भी काफी कुछ किया, ब्यूरोक्रेसी से भी सवाल चुके अपनी सरकार वाले। देखो, गल यह है कि मैं यही पूछदा ना भी प्रधान तो रूलिंग पार्टी के जाखड़ साहब सी हुण तक। सिद्धू साहब ने अज चार्ज ले लिया तो ये सुनाउंदे किनू है? हुण ये तो सानू नहीं समझ आउंदी ना भी ये तुसीं कहंदे किनू हो? उत्थे तुहाडे मुख मंत्री बैठे आ, उत्थे तुसीं दोने बैठे हो। तो जे अफसर नहीं लगे तो छड्ड के पासे हो, लोग 6 महीने पहले सौखे हो जाए। कैप्टन साहब ने अपने भाषण में नेशनल सिक्योरिटी की
ਦੇਖੋ ਗੱਲ ਇਹ ਹੈ ਕਿ ਬੜਾ ਅਫਸੋਸ ਹੈ ਕਿ ਮੁੱਖ ਮੰਤਰੀ ਦੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠੇ ਵਿਅਕਤੀ ਵੱਲੋਂ ਇਹੋ ਜਿਹੇ ਸ਼ਬਦ ਜਿਹੜੇ ਆ ਉਹ ਆਪਣੇ ਆਪੋਜੀਸ਼ਨ ਪਾਰਟੀਆਂ ਬਾਰੇ ਯੂਜ਼ ਹੋਣ। ਹੁਣ ਜੇ ਪਾਕਿਸਤਾਨ ਨਾਲ ਕਿਹਦਾ ਕਿੰਨਾ ਸੰਬੰਧ ਆ, ਮੇਰੇ ਖਿਆਲ ਸਾਰੇ ਮੀਡੀਆ ਜਾਣ। ਨਾ ਸਿੱਧੂ ਸਾਹਿਬ ਦਾ ਪਾਕਿਸਤਾਨ ਦਾ ਪ੍ਰੇਮ ਕਿਸੇ ਕੋਲੋਂ ਛੁਪਿਆ ਹੋਇਆ ਤੇ ਨਾ ਕੈਪਟਨ ਸਾਹਿਬ ਦਾ ਕਿਸੇ ਤੋਂ ਛੁਪਿਆ ਹੋਇਆ। ਇਸ ਕਰਕੇ ਆਪਣੇ ਘਰ ਬੈਠੇ ਦਮਕੇ ਜੇ ਮਾਰੀ ਜਾਂਦੇ ਸੀ, ਹੁਣ ਅਸੀਂ ਕੀ ਕਰੀਏ। चीमा साहब, नवजोत सिंह सिद्धू ये भी कहते हुए नजर आए कि किसानों को उनके पास आना चाहिए, पंजाब सरकार से मिलके एक रास्ता निकलेगा, तो उसे कैसे देखें, वो भी हिस्सा में। देखो सिद्धू साहब ਨੂੰ ਕਹੋ ਕਿ ਹੁਣ ਥੋੜਾ ਜਿਹਾ ਮਾੜਾ ਮੋਟਾ ਤੁਰਨਾ ਫਿਰਨਾ ਸਿੱਖੋ। ਇਹ ਅੱਗੇ ਹੁਣ ਜਿਹੜੀਆਂ ਸੁਣਾਉਂਦੇ ਸੀ ਹੁਣ ਸੁਣਨੀਆਂ ਪੈਣੀਆਂ। ਉੱਥੇ ਜਾਓ ਉਹਨਾਂ ਕੋਲੇ ਤੇ ਉਹਨਾਂ ਨੂੰ ਪੁੱਛੋ, ਤੁਹਾਨੂੰ ਦੱਸਣਗੇ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀਆਂ ਜੜ੍ਹਾਂ ਜਿਹੜੇ ਕੇਸ ਦੀਆਂ ਖਤਮ ਕਰਨ ਵਾਸਤੇ ਕੀ ਕੁਝ ਕੀਤਾ ਹੋਇਆ। ਕਾਂਗਰਸ ਪਾਰਟੀ ਦਾ ਇਹਦੇ ਵਿੱਚ ਕਿੰਨਾ ਰੋਲ ਹੈ ਜਿਹੜੀ ਅੱਜ ਮੁਸ਼ਕਲ ਉਹਨਾਂ ਨੂੰ ਆ ਰਹੀ ਹੈ। ਪੰਜਾਬ ਦੇ ਵਿੱਚ ਕਿਸ ਤਰੀਕੇ 2017 ਦੇ ਵਿੱਚ APMC ਐਕਟ ਦੇ ਵਿੱਚ ਸੋਧਾਂ ਕਰਕੇ ਇਹ ਕਾਨੂੰਨ ਜਿਹੜੇ ਕਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਗਰੋਂ ਨੇ ਲਾਗੂ ਕੀਤੇ ਹੋਏ। ਇਸ ਕਰਕੇ ਉਹਨਾਂ ਨੂੰ ਆਪ ਚੱਲ ਕੇ ਜਾਣਾ ਚਾਹੀਦਾ। ਇੱਥੇ ਜਿਹੜੀ ਆ ਉਹ ਤਾਜਪੋਸ਼ੀ ਵਾਲੀ ਗੱਲ ਹੋ ਗਈ ਨਾ, ਰਜਵਾੜਾਸ਼ਾਹੀ ਵਾਲੀ ਗੱਲ। ਇਸ ਕਰਕੇ ਇਹਨੂੰ ਤਾਜਪੋਸ਼ੀ ਨਾ ਸਮਝਣ, ਆਪਣੀ ਰੂਲਿੰਗ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸਮਝ ਕੇ ਉਹਨਾਂ ਕੋਲ ਚੱਲ ਕੇ ਜਾਣ। ਥੈਂਕ ਯੂ ਜੀ।